हाँ जी 7C ਦਾ ਆਪਣਾ ਬੇਸਿਕ ਹੋ ਚੁੱਕਾ ਸੀ, ਐਗਜ਼ਾਮਪਲਸ ਹੋ ਚੁੱਕੀਆਂ ਸੀ। ਨੈਕਸਟ ਉਹਦੇ ਵਿੱਚ ਡਿਫਿਕਲਟ ਸਮ ਜਾਂ ਪ੍ਰੋਬਲਮਸ ਆਫ 7C ਦੇਖੋ। ਫਸਟ ਸਮ ਸੀ, ਇਹਦੀ ਪ੍ਰੋਬਲਮ ਆਈ ਸੀ ਸਾਈਨ ਇਨਵਰਸ ਕਾਸ ਐਕਸ। ਹੁਣ ਇਹਦੀ ਅਸੀਂ ਡਾਇਰੈਕਟ ਇੰਟੀਗ੍ਰੇਸ਼ਨ ਨਹੀਂ ਕਰ ਸਕਦੇ, ਉਹਦੇ ਲਈ ਮੈਨੂੰ ਇਨਵਰਸ ਕੈਂਸਲ ਕਰਨਾ, ਤਾਂ ਮੇਰੇ ਕੋਲ ਇੱਕ ਇਹੋ ਜਿਹਾ ਹਥਿਆਰ ਹੈਗਾ ਜਿਹੜਾ ਕੋਸ ਨੂੰ ਸਾਈਨ 'ਚ ਕਨਵਰਟ ਕਰ ਦੇਵੇ। ਕਿਹੜਾ ਹਥਿਆਰ ਆ? ਕੁਆਡਰੈਂਟ ਸਿਸਟਮ। ਕੁਆਡਰੈਂਟ ਸਿਸਟਮ ਕੀ ਆ? ਸਾਈਨ ਪਾਈ ਬਾਈ 2 ਮਾਈਨਸ ਐਕਸ ਬਾਈ 2। ਅਸੀਂ ਕੋਸ ਐਕਸ ਨੂੰ ਸਾਈਨ 90 ਮਾਈਨਸ ਐਕਸ ਲਿਖ ਸਕਦੇ ਹਾਂ, ਯੂ ਨੋ ਵੈਰੀ ਵੈਲ। ਸਾਈਨ ਔਰ ਸਾਈਨ ਇਨਵਰਸ ਕੈਂਸਲ ਹੋ ਗਿਆ, ਰਿਮੇਨਿੰਗ ਟਰਮਸ ਆਰ ਪਾਈ ਬਾਈ 2 ਮਾਈਨਸ ਐਕਸ। ਇਹਨਾਂ ਦੀ ਅਲੱਗ ਅਲੱਗ ਕੀ ਕਰਤੀ? ਇੰਟੀਗ੍ਰੇਸ਼ਨ। ਕੌਨਸਟੈਂਟ ਬਾਹਰ ਆ ਗਿਆ, ਅੰਦਰ 1 ਰਹਿ ਗਿਆ। ਐਕਸ ਦੀ ਇੰਟੀਗ੍ਰੇਸ਼ਨ, ਐਕਸ ਦੀ ਇੰਟੀਗ੍ਰੇਸ਼ਨ ਐਕਸ ਸਕੁਅਰ ਬਾਈ 2, 1 ਦੀ ਇੰਟੀਗ੍ਰੇਸ਼ਨ ਕੀ ਆ ਗਈ? ਐਕਸ। ਨੈਕਸਟ 7th ਸਮ ਦੇਖੋ, ਸਾਈਨ ਦੀ ਪਾਵਰ 5x। ਦੇਖੋ 4 ਤੱਕ ਤਾਂ ਮੈਂ ਤੁਹਾਨੂੰ ਆਪਣਾ ਡਿਸਕਸ ਹੋ ਗਿਆ ਸੀ। ਸਾਈਨ ਸਕੁਅਰ ਤੁਸੀਂ ਈਜ਼ੀਲੀ ਕਰ ਸਕਦੇ ਹੋ, ਸਾਈਨ ਕਿਊਬ ਈਜ਼ੀਲੀ ਕਰ ਸਕਦੇ ਹੋ, ਸਾਈਨ ਦੀ ਪਾਵਰ 4 ਈਜ਼ੀਲੀ ਕਰ ਸਕਦੇ ਹੋ। ਸਾਈਨ ਦੀ ਪਾਵਰ 5 ਦੇਖੋ, 4 ਨੂੰ ਆਪਾਂ ਇੱਦਾਂ ਰਿਜ਼ੋਲਵ ਕਰ ਲਾਂਗੇ, ਫਿਰ 4 ਨੂੰ ਅਸੀਂ ਹੋਲ ਸਕੁਅਰ 'ਚ ਲਿਖ ਦਾਂਗੇ। ਫਿਰ ਤੁਹਾਨੂੰ ਹੋਲ ਸਕੁਅਰ ਨੂੰ ਇਨ ਫੋਰਮ ਆਫ ਸਾਈਨ, ਯੂ ਨੋ ਸਾਈਨ ਸਕੁਅਰ ਇਜ਼ ਇਕੁਅਲ ਟੂ 1 ਮਾਈਨਸ ਕੋਸ ਸਕੁਅਰ ਐਕਸ, ਇਹਦਾ ਹੋਲ ਸਕੁਅਰ ਐਜ਼ ਇਟ ਇਜ਼, ਸਾਈਨ ਐਕਸ ਅਤੇ ਡੀ ਐਕਸ ਐਜ਼ ਇਟ ਇਜ਼। ਹੁਣ ਪਤਾ ਵੀ ਜੇ ਮੈਂ ਇਹਨੂੰ ਟੀ 'ਚ ਕਨਵਰਟ ਦੀ ਕੋਸ਼ਿਸ਼ ਕਰਾਂ ਤਾਂ ਇਹਦਾ ਡੈਰੀਵੇਟਿਵ ਇਹਦੇ ਨੇੜੇ ਪਿਆ, ਸੋ ਆਈ ਕੈਨ ਪੁੱਟ ਕਾਸ ਐਕਸ ਇਜ਼ ਇਕੁਅਲ ਟੂ ਟੀ, ਡਿਫਰੈਂਸ਼ੀਏਟ ਬੋਥ ਸਾਈਡ। ਡਿਫਰੈਂਸ਼ੀਏਟ ਬੋਥ ਸਾਈਡ ਕਰਕੇ ਸਾਈਨ ਐਕਸ ਦੀ ਵੈਲਿਊ ਕੀ ਆ ਗਈ? ਮਾਈਨਸ ਡੀ ਟੀ। ਇੰਟੀਗ੍ਰੇਸ਼ਨ 1 ਮਾਈਨਸ ਟੀ ਦਾ ਹੋਲ ਸਕੁਅਰ, ਸਾਈਨ ਐਕਸ ਡੀ ਐਕਸ ਦੀ ਵੈਲਿਊ ਕਿੰਨੀ ਆ ਗਈ? ਮਾਈਨਸ ਡੀ ਟੀ। ਮਾਈਨਸ ਬਾਹਰ ਕੋਮਨ ਆ ਗਿਆ, 1 ਮਾਈਨਸ ਇਹਦਾ ਹੋਲ ਸਕੁਅਰ ਓਪਨ ਕਰ ਲਿਆ, ਏ ਸਕੁਅਰ ਬੀ ਸਕੁਅਰ ਮਾਈਨਸ 2ab। ਉਸ ਤੋਂ ਬਾਅਦ ਤੁਸੀਂ ਇਹਦੀ ਇੰਟੀਗ੍ਰੇਸ਼ਨ ਕਰ ਸਕਦੇ ਹੋ, 1 ਦੀ ਇੰਟੀਗ੍ਰੇਸ਼ਨ ਐਕਸ ਟੀ ਸਕੁਅਰ ਦੀ ਟੀ ਕਿਊਬ ਅਪੋਨ ਕਿਊਬ ਟੀ ਦੀ ਪਾਵਰ 5 ਅਪੋਨ 5 ਐਂਡ ਪੁੱਟ ਦ ਓਰੀਜਨਲ ਵੈਲਿਊ ਆਫ ਟੀ। ਯੂ ਕੈਨ ਡੂ, ਟੇਕ ਦ ਸਕਰੀਨਸ਼ॉट। ਨੈਕਸਟ 15 ਸਮ ਦੀ ਪ੍ਰੋਬਲਮ ਦੇਖੋ, ਸਾਈਨ ਕਿਊਬ ਐਕਸ ਕੋਸ ਕਿਊਬ ਐਕਸ ਡੀ ਐਕਸ। ਕਿਊਬ ਕਰਕੇ ਮੈਨੂੰ ਪਤਾ ਲੱਗ ਗਿਆ ਕਿ 2 ਵੀ ਮੈਂ 3 ਵਾਰ ਮਲਟੀਪਲਾਈ ਕਰਤਾ, ਕਿਉਂਕਿ 3 ਵਾਰ ਹਰੇਕ ਚੀਜ਼ ਤੇ 3 ਵਾਰ ਕੀ ਕਰਤਾ? ਡਿਵਾਈਡ। ਠੀਕ ਹੈ, 2 ਦੀ ਪਾਵਰ 3 ਕੀ ਬਣ ਗਿਆ? 8। ਆਹ ਤਿੰਨਾਂ ਦਾ ਜਿਹੜਾ ਕਿਊਬ ਹੈ ਮੈਂ ਬਾਹਰ ਲਿਖ ਲਿਆ। ਜੇ ਵਿੱਚ ਪਲੱਸ ਹੁੰਦਾ ਫਿਰ ਨਹੀਂ ਲਿਖ ਸਕਦੇ ਸੀ, ਇਹ ਇੱਕੋ ਹੀ ਘਰ ਆ, ਇੱਕੋ ਹੀ ਹਾਊਸ ਆ, ਤਾਂ ਮੈਂ ਹੋਲ ਪਾਵਰ ਲਿਖ ਲਈ। ਠੀਕ ਹੈ, ਇਹ ਹੁਣ ਤੁਹਾਡਾ ਫਾਰਮੂਲਾ ਬਣ ਗਿਆ 2 ਸਾਈਨ ਏ ਕੋਸ ਬੀ। ਕਿਹੜਾ? ਫਸਟ ਇਹ ਮਲਟੀਪਲ ਫਾਰਮੂਲਾ ਬਣ ਗਿਆ ਜਿਹੜਾ ਆਪਾਂ +1 'ਚ ਡਿਸਕਸ ਕੀਤਾ ਸੀ, ਸਾਈਨ 2 ਥੀਟਾ ਇਜ਼ ਇਕੁਅਲ ਟੂ 2 ਸਾਈਨ ਥੀਟਾ ਅਤੇ ਕੋਸ ਥੀਟਾ। ਆਹ ਚੀਜ਼ ਤੁਹਾਡੀ ਬਣ ਗਈ। ਇਹਨੂੰ ਮੈਂ ਸਾਈਨ ਆਫ ਡਬਲ ਆਫ ਥੀਟਾ ਲਿਖ ਸਕਦੀ ਹਾਂ। ਥੀਟਾ ਐਕਸ ਆ, ਉਹਦਾ ਡਬਲ ਕੀ ਹੋ ਗਿਆ? 2x ਦੀ ਕਿਊਬ। ਠੀਕ ਹੈ, ਹੁਣ ਤੁਹਾਨੂੰ ਪਤਾ ਟ੍ਰਿਗਨੋਮੈਟ੍ਰਿਕ 'ਚ ਜਿਹੜੀ ਹੋਲ ਪਾਵਰ ਆ ਉਹ ਟੀ ਰੇਸ਼ੋ 'ਤੇ ਆ ਜਾਂਦੀ ਹੈ, ਮੈਂ ਟੀ ਰੇਸ਼ੋ 'ਤੇ ਲਿਖਤੀ 1/8। ਹੁਣ ਸਾਈਨ ਕਿਊਬ ਦੀ ਇੰਟੀਗ੍ਰੇਸ਼ਨ ਆ ਗਈ। ਸਾਈਨ ਕਿਊਬ ਦੀ ਇੰਟੀਗ੍ਰੇਸ਼ਨ ਆ ਜਿਹੜੀ, ਉਹ ਤੁਹਾਨੂੰ ਪਤਾ ਕੀ ਹੁੰਦੀ ਆ? ਸਾਈਨ ਕਿਊਬ ਦੀ ਇੰਟੀਗ੍ਰੇਸ਼ਨ ਕੀ ਹੁੰਦੀ ਆ? ਤੁਹਾਨੂੰ ਮੈਂ ਕਿਹਾ ਸੀ ਪਾਵਰ ਆਪਾਂ 3 ਤੱਕ ਕੱਲ੍ਹ ਸਿੱਖ ਲਈ ਸੀਗੀ। ਆਹ ਫਾਰਮੂਲਾ ਸੀ, ਸਾਈਨ 3 ਥੀਟਾ ਕੋਲ ਜਾਵਾਂਗੇ, ਇੱਥੋਂ ਦੇਖੋ 3 - 4 ਸਾਈਨ ਥੀਟਾ ਸਾਈਨ ਕਿਊਬ ਥੀਟਾ। ਮੈਂ ਇੱਥੋਂ ਸਾਈਨ ਕਿਊਬ ਦੀ ਵੈਲਿਊ ਨਿਕਾਲਣੀ ਆ। ਆਹ ਫਾਲਤੂ ਟਰਮ ਮੈਂ ਉੱਧਰ ਲੈ ਜੂੰਗੀ, ਇਹਨੂੰ ਉੱਧਰ ਲੈ ਗਈ ਪੋਜ਼ੀਟਿਵ, ਆ ਐਜ਼ ਇਟ ਇਜ਼, ਆ ਐਜ਼ ਇਟ ਇਜ਼। ਇੱਥੇ ਫਾਲਤੂ ਟਰਮ 4 ਆ, 4 ਇੱਧਰ ਆ ਕੇ ਡਿਵਾਈਡ ਹੋ ਗਿਆ। ਮਤਲਬ ਜਿੱਥੇ ਸਾਈਨ ਕਿਊਬ ਥੀਟਾ ਉੱਥੇ ਮੈਂ ਕੀ ਪੁੱਟ ਕਰ ਸਕਦੀ ਹਾਂ? ਸਾਈਨ 3 ਸਾਈਨ ਥੀਟਾ ਮਾਈਨਸ ਸਾਈਨ 3 ਥੀਟਾ ਅਪੋਨ 4। ਠੀਕ ਹੈ, ਇਹਨੂੰ ਮੈਂ ਰਿਪਲੇਸ ਕਰਕੇ ਕੀ ਪੁੱਟ ਕਰਤਾ? ਦਿਸ 1 3 ਸਾਈਨ ਥੀਟਾ ਮਾਈਨਸ ਸਾਈਨ 3 ਥੀਟਾ। 3 ਥੀਟਾ, ਥੀਟਾ ਇੱਥੇ ਮੇਰਾ 2x ਆ, 3 ਥੀਟਾ ਕਿੰਨਾ ਹੋ ਗਿਆ? 6x। ਇੱਥੇ ਇਕੱਲਾ ਥੀਟਾ ਸੀ ਤਾਂ ਇੱਥੇ ਥੀਟਾ ਕੀ ਆ? 2x। ਥੀਟਾ ਦਾ ਨਾਮ ਇੱਥੇ ਕੀ ਆ? 2x। ਤਾਂ ਥੀਟਾ ਦੀ ਜਗ੍ਹਾ 'ਤੇ ਇੱਥੇ 2x ਆ ਗਿਆ, ਇੱਥੇ ਥੀਟਾ ਦੀ ਜਗ੍ਹਾ 3 ਨਾਲ ਮਲਟੀਪਲਾਈ ਹੈ ਤਾਂ 6x ਆ ਗਿਆ। ਇੱਥੇ ਤੱਕ ਲੱਗ ਗਈ ਸਮਝ? ਉਸ ਤੋਂ ਬਾਅਦ ਇੱਥੋਂ ਸੈਪਰੇਟੇਸ਼ਨ ਕਰਤੀ, 4 ਇਹਦੇ ਨਾਲ ਵੀ ਡਿਵਾਈਡ ਹੋਊਗਾ, 4 ਇਹਦੇ ਨਾਲ ਵੀ ਡਿਵਾਈਡ ਹੋਊਗਾ। 3/4 ਬਾਹਰ ਆ ਗਿਆ, 1/8 ਬਾਹਰ ਪਹਿਲਾਂ ਹੀ ਸੀ, ਕਿੰਨਾ ਆ ਗਿਆ? 3/32 ਇੰਟੀਗ੍ਰੇਸ਼ਨ ਆਫ ਸਾਈਨ 2x। ਉਸ ਤੋਂ ਬਾਅਦ 1/8 ਪੂਰੀ ਟਰਮ ਦੇ ਬਾਹਰ ਆ, ਇਹ ਵੀ ਇੰਨਾ ਮਲਟੀਪਲਾਈ ਹੋ ਗਿਆ, 1/32 ਸਾਈਨ 6x। 3/32 ਟੇਕ ਦਾ ਇੰਟੀਗ੍ਰੇਸ਼ਨ ਆਫ ਸਾਈਨ, ਸਾਈਨ ਦੀ ਇੰਟੀਗ੍ਰੇਸ਼ਨ ਕੀ ਹੁੰਦੀ ਹੈ? ਮਾਈਨਸ ਕੋਸ 2x, ਐਕਸ ਦੇ ਕੋਫੀਸ਼ੀਐਂਟ ਨਾਲ ਕੀ ਹੋ ਗਿਆ? ਡਿਵਾਈਡ। ਸਾਈਨ ਦੀ ਇੰਟੀਗ੍ਰੇਸ਼ਨ ਕੀ ਹੁੰਦੀ ਹੈ? ਮਾਈਨਸ ਕੋਸ 6x, ਐਕਸ ਦੇ ਕੋਫੀਸ਼ੀਐਂਟ ਨਾਲ ਕੀ ਹੋ ਗਿਆ? ਡਿਵਾਈਡ। ਟੇਕ ਦਾ ਸਕਰੀਨਸ਼ॉट of the 15 sum।
This one, after the simplification, this one is the answer of 15 sum. हाँ जी 16 सम देखो एक ये प्रॉब्लम आ रही सीगी पहला इत्थे तो आप काफ़ी बार किया कि जो इदा दे कोई रिलेशन आ जाए टैन ते सिकन का काफ़ी सम आप किए आ क्यूब वाला वा उहदे विच मैं स्क्वेयर नूं अलग रखता ठीक है फिर दिस वन इज दिस वन इज एज इट इज़ स्क्वेयर नूं इन फॉर्म ऑफ मैं सिकन लिख सकती हाँ सिकन स्क्वेयर -1 ठीक है जी इत्थे सारे 2x सी तो मेरा थीटा सारी सम दे विच 2x चल रहा इनू मैं ब्रैकेट च लिखता दिस टर्म नू मैं सिकन दे नाल रिप्लेस किया सी तो आ इंटू आ असी प्रोडक्ट करती दिस टर्म इंटू सिकन स्क्वायर एक्स दिस टर्म इंटू सिकन स्क्वायर एक्स की आ गई क्यूब पहला इनू इहदे नाल मल्टीप्लाई किया फिर ये दोनों टर्म्स नू 1 दे नाल मल्टीप्लाई किया इंटीग्रेशन की करती अलग अलग हुण मैं देखिया कि किहदा डेरीवेटिव नेड़े पिया वा मैं जिथे सिकन नू टी पुट करदा इत्थे 3 सिकन ने तिन्हां दे विचों एक सिकन नू टी पुट करता बाकी 2 सिकन रह गए तो उत्थे ਇਹਦਾ ਡੈਰੀਵੇਟਿਵ ਲਓ ਪਹਿਲਾਂ ਤੁਹਾਨੂੰ ਤਾਂ ਸਮਝ ਲੱਗੂ ਸਿਕੰਡ ਦਾ ਡੈਰੀਵੇਟਿਵ ਕੀ ਹੁੰਦਾ ਸਿਕੰਡ x ਇੰਟੂ ਟੈਨ ਐਕਸ ਐਕਸ ਦੇ ਕੋਫੀਸ਼ੀਐਂਟ ਨਾਲ ਡੈਰੀਵੇਟਿਵ 'ਚ ਕੀ ਹੋ ਜਾਂਦਾ ਮਲਟੀਪਲਾਈ ਤੁਹਾਡੇ ਕੋਲ ਆਹ ਰਿਲੇਸ਼ਨਸ਼ਿਪ ਬਣ ਗਿਆ ਹੁਣ ਸਾਡੇ ਦਿਮਾਗ 'ਚ ਇਹ ਚੱਲ ਰਿਹਾ ਕਿ ਇਹ ਟਰਮ ਨੂੰ ਮੈਂ ਟੀ 'ਚ ਕਨਵਰਟ ਕਰਨਾ ਪੁੱਟ ਕਿਹਨੂੰ ਕੀਤਾ ਸਿਕੰਡ ਨੂੰ ਟੀ ਜਿਹਦੇ ਵਿੱਚੋਂ ਮੈਂ ਇੱਕ ਸਿਕੰਡ ਕੱਢਦੀ ਹਾਂ ਉਹਨੂੰ ਟੀ ਪੁੱਟ ਕਰ ਦਿੰਦੀ ਹਾਂ ਬਾਕੀ ਕਿੰਨੇ ਸਿਕੰਡ ਬਚੇ 2 ਦੋਨੋਂ ਸਿਕੰਡਾਂ 'ਚੋਂ ਟੈਨ ਨਾਲ ਲੱਗ ਕੇ ਇੱਕ ਤਾਂ ਡੀ ਟੀ 'ਚ ਕਨਵਰਟ ਹੋ ਜਾਊਗਾ देखो टैन ते सिकन फिर एक सिकन बच गया उन्होंने बचा रहन दो उन्होंने भी टी पुट कर दो मतलब इत्थे दोबारा देखो आ वाली टर्म दे विचों मैं सिकंड 2 नूं अलग कर लिया एक सिकन नूं टैन नाल अलग लिख लिया एक सिकन नूं टैन दे नाल तां अलग लिखिया क्योंकि वो डी टी च कन्वर्ट हो रहा दिस वन इहदी वैल्यू की आ रही है इत्थे एक्सट्रा की आ 2 आ 2 उधर जाके डिवाइड कर दो ये वैल्यू मैं की लिख रही हाँ डी टी बाय 2 इत्थे 3 सिकंड सी एक सिकंड टैन दे नाल यूज हो गया बाकी किन्ने सिकंड रह गए 2 नूं की लिखता आपां टैन टी स्क्वायर क्योंकि मैं सिकंड नूं की पुट किया सी टी ठीक है जी इधर साडी रेडीमेड इंटीग्रेशन पई है साइन इंटू टैन की इंटीग्रेशन हुंदी है सिकंड दी थीटा का नाम की है 2x एक्स के कोफीशेंट नाल 2 की हो जाऊगा डिवाइड हो जाऊगा ठीक है जी ये इंटीग्रेशन की आ गई टी दी क्यूब अपॉन 3 यानी कि 6 टेक द स्क्रीनशॉट नैक्सट ये आंसर आ जाऊगा उस तो बाद है 18 सम देखो 18 सम दे विच देखो न्यूमीनेटर छोटा डिनोमीनेटर की है वड्डा तो आप न्यूमीनेटर की शक्ल डिनोमीनेटर वर्गी बनाने लई 1 ऐड करता 1 सबट्रैक्ट करता फिर जिथों शक्ल सेम होंदी है उत्थों असीं सैपरेटेशन करती इत्थों नैक्सट च दिस अपॉन दिस 1 अपॉन दिस आ तो कैंसल होकर 1 रह गया 1 अपॉन 1 प्लस कॉस एक्स ये इंटीग्रेशन असी पिछली एक्सरसाइज च बहुत बार की है ट्रिग्नोमैट्रिक का केड़ा फॉर्मूला बन गया मल्टीपल तो सब मल्टीपल वाला कोस 2 थीटा वाला उस फॉर्मूले के अकॉर्डिंग 1 प्लस कॉस एक्स कि बराबर होगा जे इत्थे थीटा डबल आ तो वह हाफ इत्थे की है एक्स तो इत्थे की हो जाऊगा हाफ 1 प्लस कॉस एक्स कि बराबर होंगे 2 कॉस स्क्वायर एक्स बाय 2 जिते माइनस होंगे फिर कि बराबर होना सी 2 साइन स्क्वायर एक्स बाय 2 ठीक है जी +1 के फॉर्मूले आ मैच चक के देख लो मल्टीपल के सब मल्टीपल फॉर्मूले दे ठीक है जी हुण आ चीज़ ये बहुत इंपॉर्टेंट है 2 नंबर च भी ये इंटीग्रेशन आती होंगी है कि 1 प्लस कॉस एक्स नूं तुसीं कन्वर्ट कर देना ट्रिग्नोमैट्रिक के फॉर्मूले 1 प्लस कॉस एक्स कि बराबर होंगे 2 कॉस स्क्वायर एक्स बाय 2 हर रूट वाले सम च भी आप लगाने फिर कन्वर्ट हो जाऊगा सिकंड का तो सिकंड स्क्वायर की इंटीग्रेशन मेरे को रेडीमेड है सिकंड स्क्वायर की इंटीग्रेशन की होंगी है टैन एक्स के कोफीशेंट इतने एक्स का कोफीशेंट 1/2 आ वो की करता डिवाइड ये देख लो स्क्रीनशॉट लै लो 18 सम ऑफ 6C नैक्सट 21 सम देखो एक प्रॉब्लम आई सी
21 ਸਮ। ਹੁਣ ਦੇਖੋ ਇਹਦਾ ਡਿਨੋਮੀਨੇਟਰ ਵੱਡਾ, ਨਿਊਮੀਨੇਟਰ ਛੋਟਾ। ਨਿਊਮੀਨੇਟਰ ਨੂੰ ਵੱਡਾ ਕਰਨ ਲਈ ਮੈਂ ਇੱਥੋਂ A ਤੇ B ਦੇ ਨਾਮ ਦੇਖ ਲਏ। A ਤੇ B ਦੇ ਨਾਮ ਦੀ ਸਬਟਰੈਕਸ਼ਨ ਇਹਦੇ ਆਊਟਪੁੱਟ ਦੇ ਬਰਾਬਰ ਆ ਰਹੀ ਹੈ। ਇਹਦਾ ਮਤਲਬ 2x ਨੂੰ ਮੈਂ 5x - 3x ਲਿਖ ਸਕਦੀ ਹਾਂ। ਇੱਥੇ ਗਾਣਾ ਲਗਾ ਦਿਓ ਆਪਣਾ ਸਬਟਰੈਕਸ਼ਨ ਫਾਰਮੂਲਾ, ਸਾਈਨ ਕੋਸ ਸਾਈਨ A B ਡਿਨੋਮੀਨੇਟਰ ਉਮੀ ਹੈ। ਫਿਰ ਇੱਥੋਂ ਅਸੀਂ ਸੈਪਰੇਟੇਸ਼ਨ ਕਰ ਦਾਂਗੇ, ਦਿਸ ਅਪੋਨ ਦਿਸ ਕਰਤੀ ਸੈਪਰੇਟੇਸ਼ਨ। ਸੈਪਰੇਟੇਸ਼ਨ 'ਚ ਦੇਖੋ ਮੇਰੇ ਕੋਲ ਪਹਿਲਾਂ ਗਲਤੀ ਨਾਲ ਸਾਰਾ ਕੈਂਸਲ ਹੋ ਗਿਆ ਸੀ, ਸਿਰਫ ਸਾਈਨ 5x ਤੇ ਸਾਈਨ 5x ਕੈਂਸਲ ਹੋਣਗੇ। ਇੱਥੇ ਤਾਂ ਬਚਿਆ ਕੋਸ 3x, ਇੱਥੇ ਬਚਿਆ ਸਾਈਨ 3x, ਇਹ ਤਾਂ ਨਹੀਂ ਕੈਂਸਲ ਹੋ ਸਕਦੇ। ਕੋਸ ਅਪੋਨ ਸਾਈਨ ਕੀ ਹੋ ਗਿਆ, ਕੋਟ। ਇੱਧਰੋਂ ਕੀ ਆ, ਸਾਈਨ 3x ਤਾਂ ਕੈਂਸਲ ਹੋ ਗਏ। ਇੱਥੇ ਕੋਸ 5x ਤੇ ਸਾਈਨ 5x ਬਚਿਆ, ਕੀ ਆ ਗਿਆ, ਕੋਟ 5x। ਹੁਣ ਤੁਹਾਨੂੰ ਪਤਾ ਕੋਟ ਦੀ ਇੰਟੀਗ੍ਰੇਸ਼ਨ ਕਿਹਦੇ ਬਰਾਬਰ ਹੁੰਦੀ ਆ, ਲੌਗ ਸਾਈਨ x ਦੇ। ਇੱਥੇ ਵੀ ਕਿਹਦੇ ਬਰਾਬਰ ਆ ਗਈ, ਲੌਗ ਸਾਈਨ x ਦੇ। ਠੀਕ ਹੈ ਜੀ, ਇੱਥੇ ਸਾਈਨ x ਕੋਟ ਲੌਗ ਸਾਈਨ x। ਥੀਟਾ ਕੌਣ ਆ, x ਦਾ ਕੋਫੀਸ਼ੀਐਂਟ 5 ਨਾਲ ਡਿਵਾਈਡ ਕਰਤਾ, ਇੱਥੇ x ਦਾ ਕੋਫੀਸ਼ੀਐਂਟ 3 ਨਾਲ ਡਿਵਾਈਡ ਕਰਤਾ। ਤੁਹਾਨੂੰ ਪਤਾ ਇੰਟੀਗ੍ਰੇਸ਼ਨ 'ਚ ਡਿਵੀਜ਼ਨ ਹੁੰਦੀ ਹੈ। ਨੈਕਸਟ 22 ਸਮ ਦੇਖੋ, ਇਹਦਾ ਸਕਰੀਨਸ਼ਾਟ ਲੈਣਾ ਲੈ ਲਓ। ਨੈਕਸਟ ਦੇਖੋ 1 ਅਪੋਨ ਸਾਈਨ x ਕੋਸ ਕਿਊਬ x। ਇੱਥੇ ਕੀ ਆ ਜਾਊਗਾ, ਸਾਈਨ ਅਪੋਨ ਕੋਸ। ਮੈਂ ਇਹ ਸਟੈਪ ਨੋਟ ਕਰੋ, ਇੱਥੇ ਮੈਂ ਕੋਸ ਦੀ ਪਾਵਰ 4 ਲਿਆ ਨਹੀਂ ਹੈ, ਕੋਸ ਨਾਲ ਡਿਵਾਈਡ ਕੀਤਾ, ਕੋਸ ਨਾਲੋਂ, ਤਾਂ ਕਿ ਮੇਰਾ ਇੱਥੇ ਜਿਹੜਾ ਰਿਲੇਸ਼ਨ ਆ ਇੱਥੇ ਦਾ ਟੈਨ ਬਣ ਜੂਗਾ, ਇੱਥੇ ਸਿਕੰਡ ਦੀ ਪਾਵਰ 4 ਬਣ ਜੂ। ਮੈਨੂੰ ਪਤਾ ਵੀ ਟੈਨ ਦਾ ਡੈਰੀਵੇਟਿਵ ਸਿਕੰਡ ਸਕੁਆਇਰ ਹੁੰਦਾ, ਮੈਂ ਆਪਣੀ ਲੋੜ ਲਈ ਉਹਨੂੰ ਇੱਥੇ ਰੱਖ ਲਿਆ। 4 ਸਿਕੰਡ ਸੀ, 2 ਨੂੰ ਮੈਂ ਇੱਥੇ ਰੱਖ ਲਿਆ, 2 ਨੂੰ ਮੈਂ ਇੱਥੇ ਲਿਖਤਾ। ਠੀਕ ਹੈ ਜੀ, ਹੁਣ ਮੈਂ ਸਿਕੰਡ ਸਕੁਆਇਰ ਨੂੰ ਖਿੱਚ ਕਨਵਰਟ ਕਰਤਾ ਟੈਨ 'ਚ, 1 + ਟੈਨ ਸਕੁਆਇਰ ਟੈਨ ਸਿਕੰਡ ਸਕੁਆਇਰ। ਹੁਣ ਟੈਨ ਦਾ ਡੈਰੀਵੇਟਿਵ ਸਿਕੰਡ ਸਕੁਆਇਰ, ਇੱਥੇ ਇਹ ਵੀ ਚੱਲਦਾ ਵਾ। ਮੈਂ ਜੇ ਟੈਨ ਨੂੰ ਪੁੱਟ ਕਰਦਾ ਤਾਂ ਉਹਦਾ ਡੈਰੀਵੇਟਿਵ ਉੱਪਰ ਪਿਆ, ਪੁੱਟ ਕਰਤਾ। ਇੱਥੇ ਹੁਣ ਜਿੰਨੇ ਵੀ ਟੈਨ ਸੀ ਉਹ ਤਾਂ ਇਨ ਫੋਰਮ ਆਫ ਟੀ 'ਚ ਕਨਵਰਟ ਹੋ ਗਏ, ਜਿਹੜਾ ਸਿਕੰਡ ਸਕੁਆਇਰ dx ਸੀ ਉਹ dt 'ਚ ਕਨਵਰਟ ਹੋ ਗਿਆ। ਹੁਣ ਤੁਸੀਂ ਕਰ ਸਕਦੇ ਹੋ, ਇੱਥੋਂ ਸੈਪਰੇਟੇਸ਼ਨ ਹੋ ਗਈ ਕਿਉਂਕਿ ਨਿਊਮੀਨੇਟਰ ਵੱਡਾ, ਡਿਨੋਮੀਨੇਟਰ ਛੋਟਾ। 1 ਅਪੋਨ ਟੀ ਅਤੇ ਟੀ ਸਕੁਆਇਰ, ਇਹਦਾ ਡੈਰੀਵੇਟਿਵ log t, ਦੈਨ ਪੁੱਟ ਓਰੀਜਨਲ ਵੇਰੀਏਬਲ। ਇਹਦਾ ਸਕਰੀਨਸ਼ਾਟ ਲੈ ਲਓ 22 ਸਮ।